ब्रेक तो बाद सारे दर्शकों का स्वागत। खबरों के सिलसिले में तोरते हैं अगे। मोहाली के पिंड तीड़ा च माइनिंग माफिया का एक नवा कारा वेखण नूं मिलिया। जी हाँ, पिंड के शमशान घाट के अंदर नाजायज़ माइनिंग के इल्जाम लगे ने माइनिंग माफिया के उपर। जी हाँ, शमशान घाट नूं भी नाजायज़ माइनिंग वाले बख्शते विखाई नहीं दे रहे। इल्जामां मुताबक शमशान घाट के अंदर डूंगे डूंगे टोए पट दिते गए तो इत्थे नाजायज़ माइनिंग की गई। पिंड वासियों का इल्जाम है कि 10 तो 15 फुट तक के टोए इत्थे पुट्टे गए ने। पिंड तीड़ा के सरपंच ने हालांकि पिंड वासियों के इल्जामों को नकारदियां कहा कि पिछले साल इत्थे गैर कानूनी माइनिंग जरूर हुई सी, इस साल अजिहा कुछ नहीं होया। माइनिंग करन वालियां ते पिछले साल परचे भी दर्ज किए गए सन, पर इस साल कोई गैर कानूनी माइनिंग नहीं हुई। यह स्पष्टीकरण दिता है पिंड के सरपंच ने। फिलहाल तस्वीरां तुसीं वेख पा रहे हो, डूंगे टोए जरूर नज़र आ रहे हैं। पिंड वासियों का इल्जाम है कि शमशान घाट की इस जमीन ते नाजायज़ माइनिंग करने वाले माफिया ने कब्जा किया हुआ है, तो इत्थे नाजायज़ माइनिंग हाले भी जारी है। ਅਸੀਂ ਇਸ ਵੇਲੇ ਮੌਜੂਦ ਆ ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਤੀੜਾ ਦੇ ਸ਼ਮਸ਼ਾਨ ਘਾਟ ਦੇ, ਜਿਹੜਾ ਕਿ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਹਰੀਜਨਾਂ ਦਾ ਜਿਹੜਾ ਸ਼ਮਸ਼ਾਨ ਘਾਟ ਹੈ, ਇੱਥੇ ਜਿਸ ਤਰੀਕੇ ਨਾਲ ਸੰਸਕਾਰ ਹੁੰਦੇ, ਲੇਕਿਨ ਹੁਣ ਸੰਸਕਾਰ ਕਰਨ ਲਈ ਵੀ ਇੱਥੇ ਥਾਂ ਬਿਲਕੁਲ ਵੀ ਨਹੀਂ ਬਚੀ, ਕਿਉਂਕਿ ਗੈਰ ਕਾਨੂੰਨੀ ਮਾਈਨਿੰਗ ਵਾਲਿਆਂ ਨੇ ਇਸ ਥਾਂ ਨੂੰ ਵੀ ਨਹੀਂ ਬਖਸ਼ਿਆ। ਇੱਥੇ ਥਾਂ ਤੇ ਵੱਡੇ 12 ਤੋਂ 14 ਫੁੱਟ ਦੇ ਜਿਹੜੇ ਟੋਏ ਪਏ ਹੋਏ ਨੇ, ਤੇ ਜਿਸ ਕਾਰਨ ਇਹ ਜ਼ਮੀਨ ਪੂਰੀ ਤਰੀਕੇ ਨਾਲ ਹੁਣ ਖਾਲੀ ਹੋ ਗਈ ਹੈ। ਇੱਥੇ ਕਿਸੇ ਦੀ ਸ਼ਮਸ਼ਾਨ ਨੂੰ ਅੱਗ ਲਾਉਣ ਲਈ, ਜਿਹੜੇ ਲਾਸ਼ਾਂ ਨੂੰ ਅੱਗ ਲਾਉਣ ਲਈ ਵੀ, ਇੱਥੇ ਅੰਤਮ ਸੰਸਕਾਰ ਕਰਨ ਲਈ ਵੀ ਇੱਥੇ ਥਾਂ ਹੁਣ ਨਹੀਂ ਬਚੀ ਹੈ। ਸਿਰਫ ਮਹਿਜ਼ ਇੰਨਾ ਜਿਹੀ ਏਰੀਆ ਜਿਹੜਾ ਉਹ ਬਚਿਆ ਜਿੱਥੇ ਹੁਣ ਸੰਸਕਾਰ ਹੋਣਾ, ਕਿਉਂਕਿ ਬਾਕੀ ਸਾਰਾ ਏਰੀਆ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਵਾਲਿਆਂ ਨੇ ਪੱਟ ਦਿੱਤਾ ਹੈ। ਇੱਥੇ ਥਾਂ ਤੇ ਵੱਡੇ ਟੋਏ ਪਏ ਹੋਏ ਨੇ, ਤੇ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਰਾਤ ਵੇਲੇ ਧੜਾ ਇੱਥੇ ਮਾਈਨਿੰਗ ਹੁੰਦੀ ਹੈ, ਲੇਕਿਨ ਇਸ ਮਾਈਨਿੰਗ ਨੂੰ ਜ਼ਿਆਦਾ ਪਤਾ ਨਹੀਂ ਲੱਗ ਪਾਇਆ, ਤੇ ਇਸ ਲਈ ਉਸ ਖੱਡਿਆਂ ਦੇ ਉੱਤੇ ਜਾਂਦੇ ਹੋਏ ਇੱਥੇ ਜਿਹੜੇ ਕੂੜਾ ਸੁੱਟ ਜਾਂਦੇ ਤਾਂ ਕਿ ਕਿਸੇ ਨੂੰ ਪਤਾ ਨਹੀਂ ਲੱਗੇ। ਇਹ ਤਸਵੀਰਾਂ ਵੇਖ ਸਕਦੇ ਹੋ ਕਿ ਹੁਣ 12 ਤੋਂ 14 ਫੁੱਟ ਦੇ ਜਿਹੜੇ ਟੋਏ ਪਏ ਹੋਏ, ਇਹ ਸਾਹਮਣੇ ਤੁਸੀਂ ਦੋ ਪਿੱਲਰ ਵੇਖ ਰਹੇ ਹੋ, ਇਹ ਉਹ ਪਿੱਲਰ ਹੈ ਜਿਹਦੇ ਉੱਤੇ ਸ਼ੈੱਡ ਲੱਗਿਆ ਹੋਇਆ ਸੀਗਾ, ਤੇ ਅਗਰ ਬਰਸਾਤ ਆ ਜਾਏ ਜਾਂ ਹੋਰ ਹਨੇਰੀ ਝੱਖੜ ਹੋਏ ਤਾਂ ਉਸ ਵੇਲੇ ਉਸ ਸ਼ੈੱਡ ਦੇ ਨੀਚੇ ਜਿਹੜਾ ਚੀਖਾ ਰੱਖ ਕੇ ਉੱਥੇ ਸੰਸਕਾਰ ਹੁੰਦਾ ਸੀ, ਲੇਕਿਨ ਉਸ ਥਾਂ ਨੂੰ ਵੀ ਨਹੀਂ ਛੱਡਿਆ ਗਿਆ। ਉੱਥੇ ਜਿਹੜੇ ਸਿਰਫ ਹੁਣ ਦੋ ਪਿੱਲਰ ਹੀ ਖੜੇ ਆ, ਬਾਕੀ ਹੋਰ ਕੁਝ ਨਜ਼ਰ ਨਹੀਂ ਆ ਰਿਹਾ। ਬਾਕੀ ਇਸ ਏਰੀਆ ਨੂੰ ਤੁਸੀਂ ਵੇਖ ਸਕਦੇ ਹੋ ਕਿ ਵੱਡੇ ਟੋਏ ਇੱਥੇ ਦੇਖ ਸਕਦੇ ਹੋ ਕਿ ਇੱਥੇ ਜਿਹੜੀ ਹੈ ਉਹ ਇੱਥੇ ਗੈਰ ਕਾਨੂੰਨੀ ਮਾਈਨਿੰਗ ਵਾਲਿਆਂ ਨੇ ਇਸ ਥਾਂ ਨੂੰ ਵੀ ਨਹੀਂ ਛੱਡਿਆ। ਇਹ ਜਾਣਕਾਰੀ ਮਿਲ ਰਹੀ ਹੈ ਕਿ ਇੱਥੇ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਵੱਲ ਆਪਣੇ ਪਿਤਾ ਦਾ ਸੰਸਕਾਰ ਕੀਤਾ ਗਿਆ, ਤਾਂ ਜਦੋਂ ਸਵੇਰੇ ਉਹ ਅਸਥੀਆਂ ਚੁਗਣ ਲਈ ਇੱਥੇ ਪਹੁੰਚਿਆ ਤਾਂ ਉਸ ਵੇਲੇ ਉਹ ਚਿਖਾ ਵੀ ਇੱਥੇ ਨਹੀਂ ਬਚੀ ਸੀ, ਉਹਦੀ ਅਸਥੀਆਂ ਤੱਕ ਜਿਹੜੀ ਹੈ ਉਹ ਮਾਈਨਿੰਗ ਦੇ ਵਿੱਚ ਆ ਗਈ। ਤੇ ਜਿਸ ਤੋਂ ਬਾਅਦ ਉਸਨੇ ਜਿਹੜੀ ਆਪਣੀ ਸ਼ਿਕਾਇਤ ਹੈ ਉਹ ਇਸ ਦੀ ਦਿੱਤੀ ਸੀ ਕਿ ਐਸਸੀ ਕਮਿਸ਼ਨ ਕੋਲ ਵੀ ਸ਼ਿਕਾਇਤ ਪਹੁੰਚੀ ਹੈ। ਤੇ ਤਸਵੀਰਾਂ ਵੇਖ ਸਕਦੇ ਹੋ, ਪਿੰਡ ਤੀੜਾ ਦੀ ਤਸਵੀਰਾਂ ਜਿਹੜੀ ਕਿ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਇੱਕ ਕ੍ਰਿਮੇਸ਼ਨ ਗਰਾਊਂਡ ਹੈ ਹਰੀਜਨਾਂ ਦਾ, ਉਸ ਨੂੰ ਵੀ ਨਹੀਂ ਬਖਸ਼ਿਆ। ਉੱਥੇ ਵੀ ਵੱਡੇ ਟੋਏ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਥੇ ਜ਼ਮੀਨਾਂ ਪੱਟੀਆਂ ਹੋਈਆਂ, ਇੱਥੇ ਜਿਹੜਾ ਕੂੜਾ ਸੁੱਟਿਆ ਹੋਇਆ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਪਾਏ ਕਿ ਇੱਥੇ ਥਾਂ ਜਿਹੜੀ ਹੈਗੀ ਉਹ ਖੋਦੀ ਗਈ ਹੈ। ਵੇਖ ਸਕਦੇ ਹੋ ਤਸਵੀਰਾਂ ਤੁਸੀਂ, ਇਹ ਸਾਰਾ ਕੂੜਾ ਪਾ ਕੇ ਜ਼ਮੀਨ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੋਈ ਕਿ ਇੱਥੇ ਬਿਲਕੁਲ ਸਾਫ਼ ਹੈ ਬਿਲਕੁਲ, ਲੇਕਿਨ ਹਕੀਕਤ ਤੁਹਾਡੇ ਸਾਹਮਣੇ ਹੈ। ਜਿਹੜੇ ਪੀਟੀਸੀ ਦੇ ਕੈਮਰੇ ਤੇ ਤੁਸੀਂ ਦੇਖ ਰਹੇ ਹੋ, ਤੇ ਇਹ ਅਸੀਂ ਵੇਖ ਰਹੇ ਹਾਂ ਕਿ ਹੁਣ ਸ਼ਮਸ਼ਾਨ ਘਾਟ ਨੂੰ ਵੀ ਨਹੀਂ ਇੱਥੇ ਬਖਸ਼ਿਆ ਗਿਆ, ਇੱਥੇ ਵੀ ਮਾਈਨਿੰਗ ਹੋਈ ਪਈ ਹੈ। ਸਾਰਾ ਸਭ ਚੱਕਿਆ ਬਾਈ ਚਾਰੇ ਪਾਸੇ ਤੁਹਾਨੂੰ ਦਿਖ ਰਿਹਾ ਜੀ ਆਪੇ। ਹਾਂਜੀ। ਤੇ ਕਦੋਂ ਹੋਇਆ? ਇਹ ਹੁਣ ਹੀ 2 ਮਹੀਨੇ ਦੀ ਬਾਤ ਹੈ ਜੀ। ਅੱਛਾ। ਹਾਂਜੀ। ਤੇ ਉਹਨੂੰ ਅਸੀਂ ਵੇਖ ਰਹੇ ਹਾਂ ਕਿ ਉੱਥੇ ਕੂੜਾ ਵਗੈਰਾ ਕਾਫੀ ਪਿਆ ਹੋਇਆ, ਡੱਡੂ ਮਚਰੇ ਤੇ ਆ ਰਿਹਾ ਜੀ ਗੰਦਾ। ਅੱਛਾ। ਹਾਂਜੀ, ਇਹ ਡੱਡੂ ਮਚਾ ਗਿਰ ਰਿਹਾ ਉਹ ਆ ਰਿਹਾ ਮਾਲਾ। ਅੱਛਾ। ਹਾਂਜੀ। ਤੇ ਰਾਤੀ ਹੁੰਦੀ ਮਾਈਨਿੰਗ ਇੱਥੇ? ਹਾਂਜੀ, ਰਾਤੀ ਕਿ ਦਿਨ ਵੀ ਚੱਲੀ ਜਾਂਦਾ ਜੀ ਕੰਮ ਦਰ ਤੋਂ। ਹਾਂਜੀ। ਤੇ ਕਿਸੇ ਨੇ ਰੋਕਿਆ ਨਹੀਂ ਕਦੀ ਇੱਥੇ? ਕੋਈ ਨਹੀਂ ਰੋਕਿਆ। ਤੇ ਹੈ ਕੌਣ ਕਰ ਰਿਹਾ ਇੱਥੇ? ਉਹ ਪਿੰਡ ਦੇ ਬੰਦੇ ਜੀ, ਹੋਰ ਕਿਹੜਾ ਬਾਹਰ ਗਏ ਇਹਨਾਂ ਨਾਲ। ਇਹ ਸਾਲ 1.5 ਸਾਲ ਪਹਿਲਾਂ ਹੋਈ ਸੀ ਮੈਨਿੰਗ, ਉਸ ਤੋਂ ਬਾਅਦ ਸਮਾਨ ਉੱਥੀ ਪਿਆ, ਕੋਈ ਚੱਕ ਕੇ ਨਹੀਂ ਲੈ ਗਿਆ। ਤੇ ਇਹ ਹੁਣ ਅਸੀਂ ਮਤਲਬ ਰੈਜੂਲੇਸ਼ਨ ਵੀ ਪਾਏ ਤੇ ਪੰਚਾਇਤ ਦੇ, ਤੇ ਪਰਚੇ ਵੀ ਕਰਾਤੇ ਤੇ ਅਸੀਂ ਉਸ ਟਾਈਮ ਜਿਸ ਟਾਈਮ ਮੈਨਿੰਗ ਹੋਈ ਸੀ। ਪਰਚੇ ਕਿਹਨਾਂ ਦੇ ਕਰਾਏ ਸੀ? ਕੌਣ? ਜਿਹੜੇ ਬੰਦੇ ਦੋਸ਼ੀ ਦੇ, ਜਿਨ੍ਹਾਂ ਨੇ ਮੈਨਿੰਗ ਕਰੀ ਸੀ। ਕਿਹੜੇ ਪਿੰਡ ਦੇ ਸੀਗੇ? ਕੁਝ ਪਿੰਡ ਦੇ थे। ਹਾਂਜੀ। ਤੇ ਕਦੋਂ ਮਾਈਨਿੰਗ ਕਦੋਂ ਹੋਈ ਸੀ? ਉਹ ਪੁਰਾਣੀ ਮਾਈਨਿੰਗ ਇਹ ਪੁਰਾਣੀ ਹੈ, ਸਾਲ 1.5 ਸਾਲ ਪਹਿਲਾਂ। ਅੱਛਾ। ਹਾਂਜੀ।
ਉਸ ਟਾਈਮ ਪਰਚੇ ਵੀ ਹੋਏ ਵੇ। ਪਰ ਪਿੰਡ ਵਾਸੀਆਂ ਦਾ ਕਹਿਣਾ ਕਿ ਹੁਣੇ 2-3 ਮਹੀਨੇ ਪਹਿਲਾਂ ਨਹੀਂ ਪੁਰਾਣੀਆਂ ਉੱਥੇ ਦੇਖ ਲਓ ਜਾ ਕੇ। ਤੇ ਲਗਾਤਾਰ ਇਸ ਥਾਂ ਨੂੰ ਜਿਹੜਾ ਉਹ ਗੈਰ ਕਾਨੂੰਨੀ ਮਾਈਨਿੰਗ ਵਾਲਿਆਂ ਵੱਲੋਂ ਜਿਹੜਾ ਇਸ ਨੂੰ ਖੋਦਿਆ ਜਾ ਰਿਹਾ, ਪੱਟਿਆ ਜਾ ਰਿਹਾ। 10 ਤੋਂ 12 ਫੀਟ ਅਗਰ ਕਹੀਏ ਤਾਂ ਇਸ ਵੇਲੇ ਖੱਡਾ ਇੱਥੇ ਹੋਇਆ ਪਿਆ ਜਿੱਥੇ ਲਗਾਤਾਰ ਮਾਈਨਿੰਗ ਦਾ ਕੰਮ ਹੋ ਰਿਹਾ ਤੇ ਇਸ ਦੀ ਸ਼ਿਕਾਇਤ ਹੁਣ ਐਸਸੀ ਕਮਿਸ਼ਨ ਕੋਲ ਵੀ ਪਹੁੰਚ ਗਈ ਹੈ। ਮੋਹਾਲੀ ਦੇ ਡੀਸੀ ਨੂੰ ਵੀ ਇਹਦੀ ਸ਼ਿਕਾਇਤ ਦਿੱਤੀ ਗਈ ਹੈ। ਤਮਾਮ ਜਿਹੜੇ ਸੰਬੰਧਿਤ ਵਿਭਾਗ ਹੈ ਉਹਨਾਂ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ, ਲੇਕਿਨ ਹਾਲੇ ਤੱਕ ਇਸ ਮਾਮਲੇ ਦੇ ਉੱਤੇ ਕਿਸੇ ਤਰੀਕੇ ਵੱਲੋਂ ਸਰਕਾਰ ਵੱਲੋਂ ਗੌਰ ਨਹੀਂ ਕੀਤਾ ਗਿਆ। ਕੁਝ ਦਿਨ ਪਹਿਲਾਂ ਅਨਮੋਲ ਗਗਨ ਮਾਨ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਕੂੜਾ ਸੁੱਟਿਆ ਜਾਂਦਾ ਹੈ, ਮਾਈਨਿੰਗ ਹੁੰਦੀ ਹੈ, ਤਾਂ ਉਹ ਵੀ ਦੱਸੀ ਜਾ ਰਹੀ ਇਸੀ ਥਾਂ ਦੀ ਤਸਵੀਰ ਸੀਗੀ। ਲੇਕਿਨ ਉਸ ਤੋਂ ਬਾਵਜੂਦ ਇੱਥੇ ਕਿਸੇ ਤਰੀਕੇ ਦਾ ਕੋਈ ਕੰਮ ਨਹੀਂ ਹੋਇਆ। ਲੇਕਿਨ ਹੁਣ ਅਗਰ ਕਹੀਏ ਹੁਣ ਪਿੰਡ ਵਾਸੀਆਂ ਵੱਲੋਂ ਇਹ ਹੁਣ ਮੁੱਦਾ ਚੱਕਿਆ ਗਿਆ। ਹਾਲਾਂਕਿ ਕੈਮਰੇ ਸਾਹਮਣੇ ਹੁਣ ਕੋਈ ਖੁੱਲ ਕੇ ਨਹੀਂ ਬੋਲ ਰਿਹਾ, ਲੇਕਿਨ ਇਹ ਜਾਣਕਾਰੀ ਮਿਲ ਰਹੀ ਹੈ ਕਿ ਉਹ ਵੀ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਉਹ ਵੀ ਇसी ਪਿੰਡ ਤੋਂ ਸੰਬੰਧਿਤ ਰੱਖਦੇ ਜਿਹੜੇ ਰਸੂਖਦਾਰ ਹੈਗੇ। ਲੇਕਿਨ ਉਹਨਾਂ ਦੀ ਵਜ੍ਹਾ ਦੇ ਨਾਲ ਜਿਹੜੇ ਹਰੀਜਨ ਹੈਗੇ ਜਿਨ੍ਹਾਂ ਨੂੰ ਇਹ ਥਾਂ ਅਲਾਟ ਹੋਈ ਸੀਗੀ ਕਿ ਆਪਣਾ ਕੋਈ ਅਗਰ ਉਹਨਾਂ ਦੇ ਕਿਸੇ ਦੀ ਮੌਤ ਹੁੰਦੀ ਤਾਂ ਉਹਦਾ ਇੱਥੇ ਦਾਹ ਸੰਸਕਾਰ ਕੀਤਾ ਜਾਏ, ਲੇਕਿਨ ਇਸ ਥਾਂ ਨੂੰ ਵੀ ਹੁਣ ਨਹੀਂ ਬਖਸ਼ਿਆ ਗਿਆ ਤੇ ਇੱਥੇ ਵੀ ਧੜਾਧੜ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ। ਪਿੰਡ ਤੀੜਾ ਤੋਂ ਕੈਮਰਾਮੈਨ ਧਨੰਜੇ ਸ਼ਰਮਾ ਦੇ ਨਾਲ ਅੰਕੁਸ਼ ਮਹਾਜਨ, PTC ਨਿਊਜ਼। ਅੱਗੇ ਵਧਿਆ ਤਰਨਤਾਰਨ 'ਚ ਇਨਸਾਨੀਅਤ ਇੱਕ ਵਾਰ ਮੁੜ ਤੋਂ ਸ਼ਰਮਸਾਰ ਹੁੰਦੀ ਵਿਖਾਈ ਦਿੱਤੀ। ਜੀ ਹਾਂ, ਪਿੰਡ ਮਾੜੀ ਗੌੜ ਸਿੰਘ ਤੋਂ ਸ਼ਰਮਨਾਕ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ। ਐਸਸੀ ਭਾਈਚਾਰੇ ਨੂੰ ਖੇਤਾਂ 'ਚੋਂ ਆਪਣੇ ਜੀ ਦੀ ਮ੍ਰਿਤਕ ਦੇਹ ਲਿਜਾਣੀ ਪਈ। ਜੀ ਹਾਂ, ਸ਼ਮਸ਼ਾਨ ਘਾਟ ਨੂੰ ਜਾਂਦੇ ਰਾਹ ਤੇ ਕੁਝ ਲੋਕਾਂ ਵੱਲੋਂ ਕਬਜ਼ਾ ਕਰ ਲਿਆ ਗਿਆ। ਇਲਜ਼ਾਮਾਂ ਮੁਤਾਬਕ ਸ਼ਮਸ਼ਾਨ ਘਾਟ ਨੂੰ ਜਾਂਦੀ ਜ਼ਮੀਨ ਤੇ ਕੁਝ ਲੋਕਾਂ ਵੱਲੋਂ ਕਬਜ਼ਾ ਕੀਤਾ ਗਿਆ। ਸ਼ਮਸ਼ਾਨ ਘਾਟ ਨੂੰ ਮ੍ਰਿਤਕ ਦੇ ਲਿਜਾਂਦਿਆਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਭਾਈਚਾਰੇ ਦੇ ਸ਼ਮਸ਼ਾਨ ਘਾਟ ਦੀ ਤਰਸਯੋਗ ਹਾਲਤ ਹੈ। ਇਹ ਤਸਵੀਰਾਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਨੇ। ਇਹ ਤਸਵੀਰਾਂ ਸਾਡੇ ਸਮਾਜ ਦੀ ਸੌੜੀ ਸੋਚ ਦੀ ਘਿਨਾਉਣੀ ਮਿਸਾਲ ਨੇ ਕਿ ਕਿਵੇਂ ਸਾਡੇ ਸਮਾਜ ਦੇ ਇੱਕ ਹਿੱਸੇ ਨੂੰ ਅੱਜ 21ਵੀਂ ਸਦੀ ਵਿੱਚ ਵੀ ਆਪਣੇ ਜੀ ਦੇ ਅੰਤਿਮ ਸੰਸਕਾਰ ਕਿੰਨੀ ਨਮੋਸ਼ੀ, ਕਿੰਨੀ ਜ਼ਿਲਤ, ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਕਰਨਾ ਪੈ ਰਿਹਾ ਹੈ। ਮਨ ਨੂੰ ਝੰਜੋੜ ਦੇਣ ਵਾਲੀਆਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਾੜੀ ਗੌੜ ਸਿੰਘ ਤੋਂ, ਜਿੱਥੇ ਪਿੰਡ ਦੇ ਐਸਸੀ ਭਾਈਚਾਰੇ ਦੇ ਪਰਿਵਾਰਾਂ ਦੇ ਜੀਆਂ ਲਈ ਵਕਤ ਤੋਂ ਬਣਾਏ ਗਏ ਸ਼ਮਸ਼ਾਨ ਘਾਟ ਨੂੰ ਜਾਂਦੇ ਰਾਹ ਤੇ ਕੁਝ ਲੋਕਾਂ ਵੱਲੋਂ ਜ਼ਬਰੀ ਕਬਜ਼ਾ ਕਰਕੇ ਉਹਾ ਲਿਆ ਗਿਆ, ਜਿਸ ਦੇ ਕਾਰਨ ਐਸਸੀ ਭਾਈਚਾਰੇ ਨੂੰ ਆਪਣੇ ਜੀ ਦੀ ਮ੍ਰਿਤਕ ਦੇਹ ਨੂੰ ਇਸ ਤਰ੍ਹਾਂ ਝੋਨੇ ਦੇ ਖੇਤਾਂ ਵਿੱਚੋਂ ਚਿੱਕੜ ਚੁਲੰਘ ਕੇ ਬੜੀ ਮੁਸ਼ਕਲ ਦੇ ਨਾਲ ਸੰਸਕਾਰ ਲਈ ਸ਼ਮਸ਼ਾਨ ਘਾਟ ਤੱਕ ਲੈ ਜਾਣਾ ਪਿਆ ਅਤੇ ਮ੍ਰਿਤਕ ਦਾ ਪਰਿਵਾਰ ਤੇ ਬਾਕੀ ਭਾਈਚਾਰੇ ਦੇ ਲੋਕਾਂ ਖੇਤ ਦੀ ਵੱਟ ਤੋਂ ਹੋ ਕੇ ਸ਼ਮਸ਼ਾਨ ਘਾਟ ਤੱਕ ਪਹੁੰਚਣਾ ਪਿਆ। ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਅੱਜ ਵੀ ਸਾਡੇ ਸਮਾਜ ਦੇ ਇੱਕ ਤਬਕੇ ਨੂੰ ਅੰਤਿਮ ਸੰਸਕਾਰ ਵਰਗੇ ਮਨੁੱਖੀ ਅਧਿਕਾਰ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ਮਸ਼ਾਨ ਘਾਟ ਦੇ ਹਾਲਾਤ ਵੀ ਇੰਨੇ ਮਾੜੇ ਨੇ ਕਿ ਕੋਈ ਚਾਰ ਦੀਵਾਰੀ ਨਹੀਂ ਹੈ, ਨਾ ਹੀ ਸ਼ਮਸ਼ਾਨ ਘਾਟ ਵਿੱਚ ਬਹਿਣ ਖਲੋਣ ਲਈ ਕੋਈ ਥਾਂ ਹੈ। ਬਸ ਇੱਕ ਟਿੱਬਾ ਹੈ ਜਿੱਥੇ ਐਸੀ ਭਾਈਚਾਰੇ ਦੇ ਲੋਕ ਇਹਨਾਂ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰ ਆਪਣੇ ਜੀਆਂ ਦਾ ਅੰਤਿਮ ਸੰਸਕਾਰ ਕਰਦੇ ਨੇ। ਜੀ ਅਸੀਂ ਬਹੁਤ ਔਖੇ ਹੋ ਕੇ ਲਿਆਉਣ ਡਏ ਮੁਰਦਾ, ਜਿੱਧਰ ਦੀ ਲਿਆਉਣ ਡਏ। ਇੱਥੋਂ ਪਹਿਲਾਂ ਰਾਹ ਹੀ ਇਹ ਵਾਹਿਆ ਗਿਆ, ਪਹਿਲਾਂ ਚੱਲਦਾ ਰਿਹਾ ਕੋਈ ਪੁਰਾਣੇ ਸਾਡੇ ਬਜ਼ੁਰਗਾਂ ਦਾ ਰਾਹ ਚੱਲਦਾ ਰਿਹਾ। ਇਹਨੂੰ ਘੱਟੋ ਘੱਟ ਵੀ 250 60 70 ਸਾਲ ਹੈ ਬੜੀਆਂ ਨੂੰ ਬਣੀਆਂ ਨੂੰ ਹੋ ਗਿਆ ਇੱਥੇ। ਅੱਛਾ ਜੀ, ਇੱਥੇ ਪਹਿਲਾਂ ਰਾਹ ਚੱਲਦਾ ਸੀ, ਉਹ ਵੀ ਵਾਲਿਆਂ ਨਾਲ ਇੱਧਰੋਂ ਸਾਡਾ ਉਹ ਵੀ ਵਗ ਗਿਆ। ਜਿਹੜਾ ਸਰਪੰਚ ਆਉਂਦਾ ਉਹਦਾ ਹੀ ਗਾੜੀ ਵੀ, ਦੂਜੀ ਗਾੜੀ ਵੀ, ਜਿਹੜਾ ਸਰਪੰਚ ਗਾੜੀ ਉਹਦਾ ਹੀ ਗਾੜੀ ਵੀ ਅੱਜ ਬਣਾ ਦਿੰਦੇ ਆ, ਭਲਕੇ ਬਣਾ ਦਿੰਦੇ। ਫਿਰ ਸਾਨੂੰ ਇਹ ਵੀ ਲਾਰਾ ਲਾਉਂਦਾ ਰਿਹਾ ਵੀ ਅੱਜ ਤੁਹਾਨੂੰ ਪਈ ਛੱਡਦਾ। ਇਹ ਵੱਢ ਕੇ ਇਹਨਾਂ ਸਾਰੀ ਲੈ ਗਿਆ ਘੇਰੇ ਘੇਰੇ। ਇਹਨੇ ਸਾਨੂੰ ਕੋਈ ਇਹਨੇ ਰਾਹ ਨਹੀਂ ਦਿੱਤਾ, ਕਿਸੇ ਬੰਨੇ ਸਾਨੂੰ ਰਾਹ ਨਹੀਂ ਮਿਲਿਆ ਅਸੀਂ ਵੀਦੀ। ਉਧਰ ਪਿੰਡ ਦੇ ਪੰਚਾਇਤ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਕਈ ਵਾਰ ਕਬਜ਼ਾਧਾਰੀਆਂ ਨਾਲ ਇਸ ਮਸਲੇ ਨੂੰ ਲੈ ਕੇ ਗੱਲ ਦੀ ਕੋਸ਼ਿਸ਼ ਕੀਤੀ ਹੈ, ਪਰ ਕਬਜ਼ਾਧਾਰੀਆਂ ਦੇ ਵੱਲੋਂ ਉਹਨਾਂ ਨੂੰ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਤੁਹਾਡਾ ਸ਼ਮਸ਼ਾਨ ਘਾਟ ਇੱਥੇ ਨਹੀਂ ਹੈ, ਹੋਰ ਕਿਤੇ ਜਾ ਕੇ ਆਪਣਾ ਸ਼ਮਸ਼ਾਨ ਘਾਟ ਲੱਭੋ, ਅਸੀਂ ਕਬਜ਼ਾ ਨਹੀਂ ਛੱਡਾਂਗੇ। ਹਾਲਾਂਕਿ ਸਰਪੰਚ ਦਾ ਵੀ ਇਹੀ ਕਹਿਣਾ ਹੈ ਕਿ ਉਹ ਆਪ ਚਾਹੁੰਦੇ ਨੇ ਕਿ ਸ਼ਮਸ਼ਾਨ ਘਾਟ ਨੂੰ ਜਾਂਦਾ ਰਸਤਾ ਛੁਡਵਾਇਆ ਜਾਵੇ ਅਤੇ ਸ਼ਮਸ਼ਾਨ ਘਾਟ ਨੂੰ ਬਣਾਇਆ ਜਾਵੇ। ਇਹਨਾਂ ਮਾਨੇ ਵੀ ਸਾਨੂੰ ਰਾਹ ਦਿਓ, ਸਾਨੂੰ ਰਾਹ ਕੋਈ ਨਹੀਂ ਛੱਡਦੇ। ਅਸੀਂ ਬਥੇਰਿਆ ਇਹਨਾਂ ਗੜੀ ਮਿੰਨਤਾਂ ਲਾ ਕੇ ਜੀ ਤੇ ਸਾਨੂੰ ਇਹਨਾਂ ਕੋਈ ਨਿਆਣ ਦਿੱਤਾ ਤੇ ਭੌਂ ਕੇ ਫਿਰ ਅਸੀਂ ਅੱਜ ਜਦੋਂ ਪਹਿਲੇ ਸਰਪੰਚ ਵੀ ਬਣੇ ਆ, ਪਹਿਲੇ ਸਰਪੰਚ ਸਾਡਾ ਕੋਈ ਨਹੀਂ ਸਵਾਰਿਆ। ਸਾਰੇ ਸਰਪੰਚਾਂ ਨੇ ਸਾਨੂੰ ਰਾਹ ਦਿਵਾਓ, ਅੱਜ ਦਵਾਉਣੇ ਭਲਕੇ ਦਵਾਉਣੇ ਆ, ਸਾਡੀ ਨਾ ਕੋਈ
ਸੁਣਾਈ ਨਹੀਂ ਕੀਤੀ। ਵੀਡੀਓ ਸਾਹਿਬ ਆਂਦਾ ਵੀ ਅਸੀਂ ਛਡਾਵਾਂਗੇ, ਠੀਕ ਹੈ ਜੀ, ਅਸੀਂ ਤੁਹਾਨੂੰ ਰਾਹ ਲੈ ਕੇ ਦਾਂਗੇ। ਮੰਗ ਕਰਦੇ ਵੀ ਸਾਨੂੰ ਸਾਰੀ ਸਾਡੀ ਜਿਹੜਾ ਸਾਡਾ ਹੱਕ ਆ ਉਹ ਸਾਨੂੰ ਮਿਲਣਾ ਚਾਹੀਦਾ। ਦੂਜੇ ਪਾਸੇ ਇਸ ਮਾਮਲੇ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿੰਡ ਵਾਲਿਆਂ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਤੇ ਉਹਨਾਂ ਵੀਡੀਓ ਵੀ ਵੇਖੀ ਹੈ ਤੇ ਹੁਣ ਉਹ ਮੌਕਾ ਵੇਖਣਗੇ ਅਤੇ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਸ਼ਮਸ਼ਾਨ ਘਾਟ ਨੂੰ ਜਾਂਦੇ ਰਾਹ ਤੇ ਬਾਕੀ ਜ਼ਮੀਨ ਤੋਂ ਕਬਜ਼ਾ ਹਟਵਾਉਣਗੇ। ਵੀਡੀਓ ਵੀ ਅਸੀਂ ਵੇਖੀ ਆ, ਪਿੰਡ ਦੇ ਲੋਕਾਂ ਵੱਲੋਂ ਵੀ ਸਾਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਆ ਵੀ ਸਾਡਾ ਸ਼ਮਸ਼ਾਨ ਘਾਟ ਆ ਐਸੀ ਭਾਈਚਾਰੇ ਦਾ ਗ੍ਰਾਮ ਪੰਚਾਇਤ ਮਾੜੀ ਗੌਰ ਸਿੰਘ ਬਲਾਕ ਭਿੱਖੀਵਿੰਡ। ਉਹ ਅੱਜ ਮੌਕੇ ਤੇ ਗਏ, ਵਾਕਈ ਸ਼ਮਸ਼ਾਨ ਘਾਟ ਹੈ ਪਰ ਉਹਨੂੰ ਕਿਸੇ ਪਾਸੇ ਵੀ ਕੋਈ ਰਸਤਾ ਨਹੀਂ ਹੈਗਾ। ਇਸ ਸੰਬੰਧੀ ਸਾਰਾ ਉੱਥੇ ਸੰਮਤੀ ਦਾ ਪਟਵਾਰੀ ਖੜਿਆ ਸੀ, ਜਿੰਨਾ ਰਿਕਾਰਡ ਸਾਡੇ ਕੋਲ ਵੇਖਿਆ ਵਾ। ਹੁਣ ਉਹਦੇ ਸੰਬੰਧੀ ਨਿਸ਼ਾਨਦੇਹੀ ਕਰਾ ਕੇ ਜਿੱਥੇ ਰਾਹ ਬਣਦਾ ਉਹਦੀ ਕਾਰਵਾਈ ਕਰਨ ਵਾਸਤੇ ਲਿਖਣ ਲੱਗੀ। ਸਾਰਾ ਮੌਕਾ ਵੇਖਿਆ, ਇਸ ਸੰਬੰਧੀ ਉਹਨਾਂ ਕੋਈ ਨਾ ਪੰਚਾਇਤ ਵੱਲੋਂ ਤੇ ਨਾ ਕਿਸੇ ਪਿੰਡ ਦੇ ਵੱਲੋਂ ਕੋਈ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਵੀ ਕੋਈ 2.5 ਕਿੱਲੇ ਜਦੋਂ ਨਿਸ਼ਾਨਦੇਹੀ ਹੋਣੀ ਹੈ, ਜਿੰਨਾ ਪੰਚਾਇਤ ਦਾ ਰਕਬਾ ਸਾਰਾ ਹੀ ਨਿਸ਼ਾਨਦੇਹੀ 'ਚ ਨਿਕਲ ਆਉਣਾ ਔਰ ਸਾਰਾ ਕਢਾਇਆ ਜਾਊ। ਜਿੱਥੇ ਰਸਤਾ ਬਣਦਾ ਰਸਤਾ ਬਣਾ ਕੇ ਤੇ ਲੋਕਾਂ ਨੂੰ ਜਿਹੜਾ ਵਾ ਸ਼ਮਸ਼ਾਨ ਘਾਟ ਰਸਤੇ ਦਿੱਤਾ। ਬਹਰਾਲ ਹੁਣ ਵੇਖਣਾ ਹੋਵੇਗਾ ਕਿ BDPO ਦੇ ਇਸ ਭਰੋਸੇ ਨੂੰ ਕਦੋਂ ਬੂਟ ਪੈਂਦਾ ਹੈ ਅਤੇ ਕਦੋਂ ਐਸੀ ਭਾਈਚਾਰੇ ਨੂੰ ਉਹਨਾਂ ਦੇ ਜੀਆਂ ਦੇ ਸੰਸਕਾਰ ਲਈ ਇੱਕ ਸ਼ਮਸ਼ਾਨ ਘਾਟ ਅਤੇ ਬਾਕੀ ਲੋੜੀਂਦੀਆਂ ਸਹੂਲਤਾਂ ਮੁਹੱਈਆ ਹੋਣਗੀਆਂ। ਤਰਨਤਾਰਨ ਤੋਂ ਨਰਿੰਦਰ ਸਿੰਘ ਦੇ ਨਾਲ PTC ਨਿਊਜ਼। ਤਾਂ ਵਾਕਈ 'ਚ ਹੀ ਇਸ ਮਾਮਲੇ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਢੰਗ ਦੇ ਨਾਲ ਹੁੰਦੇ ਨੇ ਨਜਾਇਜ਼ ਕਬਜ਼ੇ। ਉਧਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਦੇਸ਼ ਭਰ 'ਚ SGPC ਤੇ ਅਕਾਲੀ ਦਲ ਵੱਲੋਂ ਰੋਸ ਮਾਰਚ ਕੱਢੇ ਗਏ ਤੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਸੌਂਪੇ ਗਏ। ਉੱਥੇ ਅੰਮ੍ਰਿਤਸਰ 'ਚ ਵੀ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਪਲਾਜ਼ਾ ਤੋਂ DC ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ। ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਬੇ ਭਰ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਰੋਸ ਮਾਰਚ ਕੱਢੇ ਜਾ ਰਹੇ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪ੍ਰਵੇਸ਼ ਦੁਆਰ ਦੀਆਂ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਨੇਕਾਂ ਸ਼੍ਰੋਮਣੀ ਕਮੇਟੀ ਮੈਂਬਰਾਂ, ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਨੇ। ਔਰ ਖਾਸ ਗੱਲ ਇਹ ਹੈ ਕਿ ਦੇਸ਼ ਦੀ ਸਰਕਾਰ ਦੇ ਖਿਲਾਫ ਰੋਸ ਵਜੋਂ ਅੱਜ ਸਾਰਿਆਂ ਨੇ ਕਾਲੀਆਂ ਦਸਤਾਰਾਂ ਸਜਾਈਆਂ, ਇੱਕ ਜੁੱਟ ਹੋ ਕੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਜੇ ਲੰਬਾ ਅਰਸਾ ਸਰਕਾਰ ਜੇ ਇਨਸਾਫ ਨਹੀਂ ਦੇ ਰਹੀ, ਇਹਦਾ ਮਤਲਬ ਹੈ ਇਨਸਾਫ ਕਰਨਾ ਨਹੀਂ ਚਾਹੁੰਦੀ ਤੇ ਅਸੀਂ ਕੋਈ ਇਨਸਾਫ ਦੇ ਵਿੱਚ ਅੜਚਣ ਨਹੀਂ ਪਾਉਂਦੇ। ਸਾਡਾ ਹੱਕ ਬਣਦਾ, ਕਾਨੂੰਨੀ ਵੀ ਹੱਕ ਬਣਦਾ। ਕੀ ਪ੍ਰੋਗਰਾਮ ਲਿਖਿਆ ਗਿਆ ਸੂਬੇ ਭਰ ਵਿੱਚ ਅੱਜ ਅਸੀਂ ਸਾਰੇ ਡਿਸਟ੍ਰਿਕਟ ਹੈੱਡਕੁਆਟਰ ਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਔਰ ਸਮੁੱਚੀਆਂ ਸਿੱਖ ਦਰਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਸਾਰੇ ਅਸੀਂ ਡਿਸਟ੍ਰਿਕਟ ਹੈੱਡਕੁਆਟਰ ਤੇ ਅੱਜ ਮੈਮੋਰੈਂਡਮ ਦੇ ਰਹੇ ਹਾਂ। ਔਰ ਮੈਮੋਰੈਂਡਮ ਤੋਂ ਬਾਅਦ ਫਿਰ 5-10 ਦਿਨ ਤੋਂ ਬਾਅਦ ਫਿਰ ਅਸੀਂ ਇੱਕ ਹੋਰ ਜਦੋਜਹਿਦ ਜਿਹੜੀ ਆ ਉਹ ਵੀ ਲਿਖਾਂਗੇ। ਇਹ ਤਸਵੀਰਾਂ ਸਾਂਝੀਆਂ ਕੀਤੀ ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਦੀ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਅਗਵਾਈ ਦੀ ਹੇਠ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸ਼੍ਰੋਮਣੀ ਕਮੇਟੀ ਮੈਂਬਰਾਂ, ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਰੋਸ ਮਾਰਚ ਕੱਢ ਕੇ ਇੱਥੇ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਦੇ ਨਾਂ ਤੇ ਇੱਕ ਮੰਗ ਪੱਤਰ ਦਿੱਤਾ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਔਰ ਨਾਲ ਇਹ ਵੀ ਐਲਾਨ ਕੀਤਾ ਗਿਆ ਕਿ ਜੇਕਰ ਹਲੇ ਵੀ ਸਰਕਾਰ ਨੇ ਇਹਨਾਂ ਸਿੱਖ ਮਸਲਿਆਂ ਨੂੰ ਹੱਲ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਊਗਾ। ਰਾਸ਼ਟਰਪਤੀ ਤੱਕ ਪਹੁੰਚ ਕੀਤੀ ਜਾਊਗੀ, ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਮੰਗਿਆ ਜਾਊ, ਨਹੀਂ ਤਾਂ ਫਿਰ ਦਿੱਲੀ ਜਾ ਕੇ ਇੱਕ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਊਗਾ ਤੇ ਇਹ ਰੋਸ ਮੁਜ਼ਾਹਰੇ, ਇਹ ਅੰਦੋਲਨ ਹੋਰ ਤੇਜ਼ ਕੀਤੇ ਜਾਣਗੇ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ, PTC ਨਿਊਜ਼, ਅੰਮ੍ਰਿਤਸਰ। ਇਸ ਦੇ ਨਾਲ ਹੀ ਰੁਕਾਂਗੇ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਦੇ ਉਸ ਪਾਰ ਕੁਝ ਹੋਰ ਖਾਸ ਖਬਰਾਂ।